दूसरा लैक्चर है रिवीजन लैक्चर नंबर 2 टॉपिक है डायोड। ਅੱਜ ਅਸੀਂ डायोड ਦੇ ਵਿੱਚ ਪੜ੍ਹਨਾ पीएन जंक्शन डायोड। पीएन जंक्शन डायोड ਕੀ ਹੁੰਦਾ ਹੈ? when the slices of p type and n type semiconductor are fused ਇਸ ਤਰ੍ਹਾਂ ਆ ਤੁਹਾਡਾ p ਤੇ n ਦੋਨੇ ਸਲਾਈਸਿਸ ਨੂੰ ਜੋੜਤਾ ਕਿਸੇ ਹਾਈ ਟੈਂਪਰੇਚਰ ਦੇ ਉੱਤੇ। p ਦੇ ਵਿੱਚ ਕੀ ਹੁੰਦੇ ਆ? ਹੋਲਸ ਹੁੰਦੇ ਆ, ਹੋਲਸ 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 ਤੇ n ਚ ਕੀ ਹੁੰਦੇ ਨੇ? ਇਲੈਕਟ੍ਰੋਨ, ਮੈਜੋਰਿਟੀ ਕੈਰੀਅਰ। ਹੁਣ ਕੀ ਹੋਇਆ? p ਦੇ ਵਿੱਚ ਹੁੰਦੀ ਆ ਇੰਪਿਊਰਿਟੀ ਇਮੋਬਾਈਲ ਨੈਗੇਟਿਵਲੀ ਚਾਰਜਡ ਆਇਨ। ਇੰਪਿਊਰਿਟੀ ਇਮੋਬਾਈਲ ਨੈਗੇਟਿਵਲੀ ਚਾਰਜਡ ਆਇਨ। negatively charged ions, impurity immobile negatively। ਇਹ ਹੁੰਦੇ ਆ positively charged ions। पॉजिटिवली चार्ज आयन। p ਦੇ ਵਿੱਚ ਮੈਜੋਰਿਟੀ ਕੈਰੀਅਰ ਹੋਲ ਸੀ, ਪਰ ਮਾਈਨੋਰਿਟੀ p ਰੀਜਨ ਚ ਮਾਈਨੋਰਿਟੀ ਕੈਰੀਅਰ ਕੀ ਨੇ? p ਰੀਜਨ ਦੇ ਵਿੱਚ, p ਰੀਜਨ ਦੇ ਵਿੱਚ ਮੈਜੋਰਿਟੀ ਕੈਰੀਅਰ ਤੇ ਮਾਈਨੋਰਿਟੀ ਕੈਰੀਅਰਸ, ਮਿਨੋਰਿਟੀ ਕੈਰੀਅਰ। ਮੈਜੋਰਿਟੀ ਕੈਰੀਅਰ ਕੀ ਨੇ? ਹੋਲਸ ਹੈ, ਤੇ ਮਾਈਨੋਰਿਟੀ ਕੈਰੀਅਰ ਕੀ ਨੇ? ਇਲੈਕਟ੍ਰੋਨ ਹੈ। ਇਹਦੇ ਨਾਲ ਇੰਪਿਊਰਿਟੀ ਇਮੋਬਾਈਲ, impurity immobile negatively charged ion। ਉਸ ਤੋਂ ਬਾਅਦ n ਰੀਜਨ। ਮੈਜੋਰਿਟੀ ਕੈਰੀਅਰ ਕੀ ਨੇ? ਇਲੈਕਟ੍ਰੋਨ। ਮਾਈਨੋਰਿਟੀ ਕੈਰੀਅਰ ਕੀ ਨੇ? ਹੋਲਸ। ਇਹਦੇ ਚ impurity immobile positively charged ions ਤੇ ਮਾਈਨੋਰਿਟੀ ਕੈਰੀਅਰ ਕੀ ਨੇ? ਹੋਲ। ਹੁਣ ਜਿਹੜੇ p ਰੀਜਨ ਵਾਲੇ ਆ, ਆ ਜਿਹੜੇ ਨੈਗੇਟਿਵਲੀ ਚਾਰਜਡ ਇੰਪਿਊਰਿਟੀ ਇਮੋਬਾਈਲ ਆਇਨ ਨੇ, ਇਹਨਾਂ ਨੂੰ ਅਸੀਂ ਕਹਿੰਦੇ ਆ ਅਸੈਪਟਰ ਟਾਈਪ। ਤੇ ਇਹ ਜਿਹੜੇ ਪੋਜ਼ਿਟਿਵਲੀ ਚਾਰਜ ਨੇ, ਇਹਨਾਂ ਨੂੰ ਅਸੀਂ ਕਹਿੰਦੇ ਆ ਡੋਨਰ। ਬਿਕੋਜ਼ ਦੀ ਕੰਸੈਂਟਰੇਸ਼ਨ ਗ੍ਰੇਡੀਐਂਟ ਐਗਜ਼ਿਸਟ ਅਕ੍ਰੋਸ ਦੀ ਜੰਕਸ਼ਨ। ਇੱਕ ਇਲੈਕਟ੍ਰੋਨ ਇਧਰੋਂ ਇੱਧਰ ਜਾਊਗਾ, ਹੋਲ ਨਾਲ ਮਿਲੂਗਾ ਤੇ ਫਿਊਜ਼ ਹੋ ਜਾਊਗਾ ਆਈ, ਔਰ ਇਧਰੋਂ ਇੱਕ ਹੋਲ ਇੱਧਰ ਇਲੈਕਟ੍ਰੋਨ ਕੋਲੇ ਜਾਊਗਾ, ਉਹਦੇ ਨਾਲ ਮਿਲੂਗਾ ਤੇ ਫਿਊਜ਼ ਹੋ ਜਾਏਗਾ। ਯਾਨੀ ਕਿ ਮੈਜੋਰਿਟੀ ਕੈਰੀਅਰ ਇਧਰੋਂ ਇੱਕ ਦੂਜੇ ਦੇ ਵੱਲ ਜਾਂਦੇ ਆ ਤੇ ਇੱਕ ਦੂਜੇ ਨਾਲ ਮਿਲਦੇ ਆ ਤੇ ਫਿਊਜ਼ ਹੋ ਜਾਂਦੇ ਆ। ਤਾਂ ਹੌਲੀ ਹੌਲੀ ਇੱਕ ਸਟੇਜ ਆ ਜੂਗੀ ਬਿਕੋਜ਼ ਆਫ ਦੀ ਕੰਸੈਂਟਰੇਸ਼ਨ ਗ੍ਰੇਡੀਐਂਟ ਐਗਜ਼ਿਸਟ ਅਕ੍ਰੋਸ ਦੀ ਜੰਕਸ਼ਨ। ਇੱਥੇ ਸਾਡੇ ਕੋਲੇ ਆ ਇੱਕ ਰੀਜਨ ਬਣ ਜੂਗਾ ਜਿਹਦੇ ਵਿੱਚ ਇੱਕ ਪਾਸੇ ਹੋਣਗੇ ਨੈਗੇਟਿਵਲੀ ਚਾਰਜਡ ਇੰਪਿਊਰਿਟੀ ਇਮੋਬਾਈਲ ਆਇਨ, ਇੱਕ ਪਾਸੇ ਹੋਊਗਾ ਪੋਜ਼ਿਟਿਵਲੀ ਚਾਰਜਡ ਇੰਪਿਊਰਿਟੀ ਇਮੋਬਾਈਲ ਆਇਨ, ਪੋਜ਼ਿਟਿਵਲੀ ਚਾਰਜਡ ਇੰਪਿਊਰਿਟੀ ਇਮੋਬਾਈਲ ਆਇਨ। ਜਿਹੜੀ ਇਲੈਕਟ੍ਰਿਕ ਫੀਲਡ ਹੋਊਗਾ ਉਹ ਪੋਜ਼ਿਟਿਵ ਤੋਂ ਨੈਗੇਟਿਵ ਬਣੀ ਹੋਊਗਾ, ਪੋਜ਼ਿਟਿਵ ਤੋਂ ਨੈਗੇਟਿਵ ਬਣੀ ਹੋਊਗਾ। ਔਰ ਇਲੈਕਟ੍ਰਿਕ ਫੀਲਡ ਹੋ ਗਿਆ ਪੋਜ਼ਿਟਿਵ। ਤੇ ਮਾਈਨੋਰਿਟੀ ਕੈਰੀਅਰ, ਜਿਹੜਾ ਮੈਜੋਰਿਟੀ ਕੈਰੀਅਰ ਦੇ ਇੱਕ ਦੂਜੇ ਪਾਸੇ ਡਿਫਿਊਜ਼ ਹੋਣ ਦੇ ਨਾਲ ਕਰੰਟ ਹੋਊਗਾ, ਉਹਨੂੰ ਅਸੀਂ ਡਿਫਿਊਜ਼ਨ ਕਰੰਟ ਕਹਾਂਗੇ। ਔਰ ਜਿਹੜਾ ਮੈਜੋਰਿਟੀ ਇਲੈਕਟ੍ਰਿਕ ਫੀਲਡ ਕਰਕੇ, ਇਲੈਕਟ੍ਰਿਕ ਫੋਰਸ ਕਰਕੇ ਹੋਊਗਾ। ਹੁਣ ਜੇ ਆਪਾਂ ਇਲੈਕਟ੍ਰਿਕ ਫੋਰਸ ਦੇਖੀਏ, ਜੇ ਇਧਰੋਂ ਇਲੈਕਟ੍ਰੋਨ ਇੱਧਰ ਗਿਆ ਤੇ ਇਧਰੋਂ ਹੋਲ ਇੱਧਰ ਚਲਾ ਜਾਵੇ, ਮਾਈਨੋਰਿਟੀ ਕੈਰੀਅਰ, ਉਹਦੇ ਕਰਕੇ ਜਿਹੜਾ ਕਰੰਟ ਹੋਊਗਾ ਉਹ ਡ੍ਰਿਫਟ ਕਰੰਟ ਹੋਊਗਾ। ਪਰ ਐਟ ਇਕੁਇਲਿਬ੍ਰੀਅਮ ਕੀ ਹੋਊਗਾ ਵੀ ਜਿਹੜਾ ਡਿਫਿਊਜ਼ਨ ਕਰੰਟ ਹੈ ਉਹ ਡ੍ਰਿਫਟ ਕਰੰਟ ਦੇ ਬਰਾਬਰ ਹੋ ਜਾਊਗਾ। ਡਿਫਿਊਜ਼ਨ ਕਰੰਟ ਹੈ ਜਿਹੜਾ ਉਹ
ड्रिफ्ट करंट के बराबर हो जाएगा। डिफ्यूजन करंट जिहड़ा हुंदा वो कंसंट्रेशन डिफरेंस करके हुंदा है, और जिहड़ा ड्रिफ्ट करंट हुंदा है वो इलैक्ट्रिक फोर्स करके हुंदा है, वो इलैक्ट्रिक फोर्स करके हुंदा है। ठीक है, हुण ये हो गया। हुण जदों ये सारा कुछ हो जाएगा तो जिहड़ा आ रीजन है आ वाला इहनूं असीं कहने आ डिप्लीशन रीजन। डिप्लीशन रीजन, डिप्लीशन रीजन वो हुंदा है जिथे एंड ऑफ चार्ज कैरियर हुंदा है, एंड ऑफ चार्ज कैरियर, यानी कि Ne is nearly equal to NH is nearly equal to 0। हुण जिहड़ा आ वाला नेगेटिवली चार्ज वाला पासा है इत्थे चार्ज कैरियर डेंसिटी लेस देन 0 है, इधरले पासे चार्ज कैरियर डेंसिटी ग्रेटर देन 0 है। ठीक है, अगर तुसीं इसका ग्राफ देखो तो शुरू दे विच हुण आ अपना पी रीजन सी, आ एन सी, मैं थोड़ा जिहा नीचे नूं ऐ ड्रा करदा इत्थे। तुसीं देखो पहला जिवें पोटेंशियल का ग्राफ बनाना है तो पहला देखो E इक्वल टू माइनस dV/dx हुंदा, होल ते पॉजिटिव चार्ज है, पहला इस तरह होगा, फिर ये ऐ जाएगा, फिर ये ऐ हो जाएगा। ये पोटेंशियल वास्ते ग्राफ होगा। अगर तुसीं इलैक्ट्रिक फील्ड का ग्राफ बनाओगे, क्योंकि इलैक्ट्रिक फील्ड इंटेंसिटी ए ऐ बनूगा, ये हो गया इलैक्ट्रिक फील्ड इंटेंसिटी का ग्राफ। अगर तुसीं चार्ज डेंसिटी का ग्राफ बनाओगे तो किस तरह का होगा, चार्ज डेंसिटी इधरले पासे ऐ, इधरले पासे ऐ, ये जिहड़ा ग्राफ होगा चार्ज डेंसिटी का होगा, चार्ज डेंसिटी। आ जिहड़ा ग्राफ होगा ये पोटेंशियल का होगा, ये जिहड़ा ग्राफ होगा नीचे इलैक्ट्रिक फील्ड करके होगा, ये जिहड़ा होगा चार्ज डेंसिटी का होगा। एट इक्विलिब्रियम ये सिचुएशन आ जाएगी ते P दे विच साडे कोले एक्सेप्टर टाइप इंप्योरिटीज होणगीਆਂ, N दे विच साडे कोले डोनर टाइप इंप्योरिटीज होणगीਆਂ, और ये रो जिहड़ा हैगा लेस देन 0 है, और जिहड़ा रो हैगा वो ग्रेटर देन 0 है। अगर थोड़ी बैरियर वोल्टेज जिहड़ी हैगी है वो डिपेंड ऑन द नेचर ऑफ द सेमीकंडक्टर। अगर थोड़ा सेमीकंडक्टर की नेचर ते, डोपिंग ते, टैंपरेचर ते, हुण जे थोड़ा सेमीकंडक्टर जर्मेनियम का बनिया होया है तो जिहड़ा बैरियर पोटेंशियल है वो 0.3 वोल्ट होएगा। अगर थोड़ा ये सिलिकॉन का बनिया हुआ है तो 0.7 वोल्ट होएगा। बड़ा इंपॉर्टेंट पॉइंट है। दूसरी गल, जिन्नी ज्यादा डोपिंग होगी उन्ना ज्यादा बैरियर पोटेंशियल होगा, उन्नी घट विड्थ ऑफ डिप्लीशन रीजन उन्नी ही घट होगी। क्यों? तुसीं डोपिंग बहुत ज्यादा करती, चार्ज कैरियर बहुत ज्यादा हो जाएगी, ठीक है, ज्यादा कंसंट्रेशन हो जाएगी, ज्यादा विड्थ घटती जाऊगी। पर जे तुसीं टैंपरेचर बढ़ा दोगे तो बैरियर पोटेंशियल घटूगा और विड्थ भी घटूगी, और जो सेमीकंडक्टर है दैट विल बिहेव एज ए कंडक्टर। वेरी इंपॉर्टेंट गल है। डोपिंग का इफेक्ट इधर ऊपर लाइन भी डोपिंग बढ़ाती, बैरियर पोटेंशियल बढ़ाता, इंक्रीजेस ऊपर साइन दस रहे इंक्रीजेस, विड्थ घट गई, क्योंकि जिन्ने ज्यादा मेजॉरिटी कैरियर होंगे उन्नी ज्यादा कंसंट्रेशन होगी, उन्ने ज्यादा कॉम्बिनेशन होंगे, उन्ने ज्यादा इलेक्ट्रॉन होल पेयर जनरेट होंगे। उस तो बाद जितना टेंपरेचर बढ़ूगा उन्ना बैरियर पोटेंशियल घटूगा, उन्नी विड्थ घटेगी। सेमीकंडक्टर विल बिहेव जस्ट लाइक ए कंडक्टर। और आसानी पढ़िया ही है, इलेक्ट्रिक फील्ड इज इक्वल टू VV अपॉन D हुंदा है। पीएन जंक्शन डायोड का सिंबल यही हुंदा है। दिस इज द सिंबल फॉर पीएन जंक्शन डायोड। हुण साडे कोल आंदा है पीएन जंक्शन डायोड विच असीं बाइसिंग करने जाते हैं। बाइसिंग इन पीएन जंक्शन डायोड। पीएन जंक्शन डायोड ये दो तरह की बाइसिंग है। एक होंदी है FB का मतलब फॉरवर्ड बाइस्ड। तो साडे कोले देखो ये पहला पीएन जंक्शन डायोड है, समझ लो, थोनू याद करना तैयारी करनी सौखी लगेगी। आ साडा P साइड है, ये N साइड है, ये आ नेगेटिवली चार्ज इंप्योरिटी इमोबाइल आयन पई है, पूरे पॉजिटिवली चार्ज आयन पई है। हुण की होया, आ P नू कर दो कनेक्ट पॉजिटिव ऑफ दी बैटरी नाल, N नू कर दो नेगेटिव ऑफ दी बैटरी नाल कनेक्ट, ठीक है। P नू कर दो पॉजिटिव ऑफ दी बैटरी नाल ते N नू कर दो नेगेटिव ऑफ दी बैटरी नाल, तां ये फॉरवर्ड बाइस हो गया। तां की होगा, इधरों ਇਹਦੇ ਚ ਹੁੰਦੇ ਹੋਲਸ, ਸੁਣਨ ਵਾਲੀ ਗੱਲ ਹੈ, ਹੋਲਸ ਇਹਦੇ ਚ ਹੁੰਦੇ ਨੇ ਇਲੈਕਟ੍ਰੋਨ,
मेजोरिटी कैरियर। तो इधरों एक होल इधर इलैक्ट्रॉन ना जाऊगा तो वो मिल जूगा तो लॉस हो जूगा, इधरों एक होल इधर जाऊगा इलैक्ट्रॉन होल ना मिलूगा तो खत्म हो जूगा। हम जो इलैक्ट्रॉन इधर जाऊगा तो करंट इधर होगा उल्ट, जो इधरों होल इधर जाऊगा आफ्टर फ्यू रिकंबिनेशन ऑफ होल एंड इलैक्ट्रॉन जिहड़ा ये बैरियर है फर्दर डिफ्यूजन रोक देगा। जिहड़ा करंट है इस डिफ्यूजन करंट होगा ਉਹਨੂੰ रोक देगा। क्यों रोक देगा? ਇੱਥੇ ना एक इलैक्ट्रॉन होल पे सपोज करो एक इलैक्ट्रॉन गया इधर होल ना मिलिया तो लॉस हो गया, पर उरे एक की होया एक कोवलेंट बॉन्ड ब्रेक हो गया, ਉਹਦੇ ਨਾਲ ਇੱਕ ਇਲੈਕਟ੍ਰੋਨ ਹੋਲ पे जनरेट हो जाएगा। ਜਿਹੜਾ ਹੋਲ है ਉਹ ਤਾਂ ਇੱਥੇ ਚਲਾ ਜਾਊਗਾ, ਜਿਹੜਾ ਇਲੈਕਟ੍ਰੋਨ है ਉਹਨੂੰ ਪੋਜ਼ਿਟਿਵ ਟਰਮੀਨਲ ਆਫ ਬੈਟਰੀ ਆਪਣੇ ਵੱਲ ਅਟਰੈਕਟ ਕਰ ਦੂਗੀ, ਫਿਰ ਉਹ ਬੈਟਰੀ ਦੇ ਇੱਧਰ ਦੂਜੇ ਪਾਸੇ ਆ ਕੇ ਦੁਬਾਰਾ ਇੱਥੇ ਆ ਜਾਏਗਾ, ਦੋਨੇ ਫੀਲਡ ਬਰਾਬਰ ਹੋ ਗਏ क्योंकि नवा होल पेयर आ गया, होल इत्थे आ गया, इलैक्ट्रॉन जिहड़ा इत्थों घटिया सी खत्म होया सी इधर जाण नाल इलैक्ट्रॉन भी नवा आ गया। आई चीज मैंने लिखी है भी पी नूं तुसीं पॉजिटिव नाल ते एन नूं नेगेटिव नाल करोगे तो फॉरवर्ड बायसिंग हुंदी है। फॉर ईच इलैक्ट्रॉन होल कॉम्बिनेशन एक कोवलेंट बॉन्ड ब्रेक हुंदा है, ठीक है, इन दी पॉजिटिव टर्मिनल आ वाले पासे एंड इलैक्ट्रॉन होल पेयर इज क्रिएटेड। जिहड़ा होल है ਇਹ ਪੀ ਰੀਜਨ ਚ मूव करूगा, ਜਿਹੜਾ ਇਲੈਕਟ੍ਰੋਨ ਹੈ ਉਹ ਬੈਟਰੀ ਕੋਲ ਚਲਾ ਜਾਊਗਾ, ਬੈਟਰੀ ਇਹਨੂੰ ਐਨ ਰੀਜਨ ਚ ਭੇਜ ਦੂਗੀ, ਆਹੀ ਲਿਖਿਆ ਹੋਇਆ ਹੈ। ਹੁਣ ਫਾਰਵਰਡ ਰੀਜਨ ਬਾਇਸ ਦੇ ਵਿੱਚ ਜਿਹੜੀ ਵਿਡਥ ਆਫ ਡਿਪਲੀਸ਼ਨ ਰੀਜਨ ਹੈ ਆਪਾਂ ਪਹਿਲਾਂ ਵੀ ਦੇਖਿਆ ਉਹ ਘਟਦੀ ਹੈ। ਕਿਉਂ ਘਟਦੀ ਹੈ? ਕਿਉਂਕਿ ਪੁਸ਼ ਦੀ ਵਜ੍ਹਾ ਨਾਲ ਜਿਹੜੇ ਮੈਜੋਰਿਟੀ ਕੈਰੀਅਰ ਨੇ ਇਹਦੇ ਚ ਉਹ ਕਲੋਜ਼ ਆ ਜਾਂਦੇ ਨੇ, ਤਾਂ ਇੱਥੇ ਜੰਕਸ਼ਨ ਬਣਦਾ ਹੈ। ਮੈਜੋਰਿਟੀ ਕੈਰੀਅਰ ਦੇ ਨੇੜੇ ਆਉਣ ਨਾਲ ਕੀ ਹੈ, ਬੈਰੀਅਰ ਪੋਟੈਂਸ਼ੀਅਲ ਘਟ ਜਾਂਦਾ ਹੈ, ਬੈਰੀਅਰ ਪੋਟੈਂਸ਼ੀਅਲ ਘਟ ਜਾਂਦਾ ਹੈ ਤਾਂ ਇਲੈਕਟ੍ਰਿਕ ਫੀਲਡ ਘਟ ਜਾਂਦਾ ਹੈ। और जो फॉरवर्ड बाय करंट है इट इज ड्यू टू डिफ्यूजन ऑफ मेजॉरिटी कैरियर, और जो करंट है ये मिली एंपीयर की रेंज होता है, करंट इज इन द रेंज ऑफ मिली एंपीयर, करंट इज इन द रेंज ऑफ मिली एंपीयर। फिर आ गई साडी रिवर्स बायस। रिवर्स बायस विच की हुंदा है भी आ साडा पी एन जंक्शन डायोड है, ये पी रीजन है ये एन रीजन है। पी ਦੇ ਵਿੱਚ ਇੰਪਿਉਰਿਟੀ ਇਮੋਬਾਈਲ ਨੈਗੇਟਿਵਲੀ ਚਾਰਜ ਆਇਨ ਹੁੰਦੇ ਆ, ਇੱਥੇ ਪੋਜ਼ਿਟਿਵਲੀ ਚਾਰਜ ਆਇਨ ਹੁੰਦੇ ਆ। ਹੁਣ ਤੁਸੀਂ P ਨੂੰ ਨੈਗੇਟਿਵ ਆਫ ਦੀ ਬੈਟਰੀ ਨਾਲ ਤੇ N ਨੂੰ ਪੋਜ਼ਿਟਿਵ ਆਫ ਦੀ ਬੈਟਰੀ ਨਾਲ ਲਾ ਦਿਓ। ਹੁਣ P ਦੇ ਵਿੱਚ ਇੱਥੇ ਕੀ ਹੈ, ਹੋਲ ਹੈ, ਤੇ ਹੋਲ ਕੀ ਨੇ, ਉਹ ਮੈਜੋਰਿਟੀ ਕੈਰੀਅਰ ਹੈ, ਉਹਦੇ ਇਲੈਕਟ੍ਰੋਨ ਕੀ ਨੇ, ਮਾਈਨੋਰਿਟੀ ਕੈਰੀਅਰ ਹੈ। ਜੇ ਇਲੈਕਟ੍ਰੋਨ ਮਾਈਨੋਰਿਟੀ ਕੈਰੀਅਰ ਹੈ, ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੁੰਦਾ ਹੈ, ਬੈਟਰੀ ਦਾ ਨੈਗੇਟਿਵ ਪਾਸਾ ਇਹਨੂੰ ਆਪਣੇ ਵੱਲ ਖਿੱਚ ਲੂਗਾ। ਹੁਣ ਇੱਥੇ ਮਾਈਨੋਰਿਟੀ ਕੈਰੀਅਰ ਕੀ ਨੇ, ਹੋਲ ਹੈ, ਹੋਲ ਤੇ ਇੱਥੇ ਮਾਈਨੋਰਿਟੀ ਕੈਰੀਅਰ ਇਲੈਕਟ੍ਰੋਨ ਸੀ, ਉਹਦੇ ਮਾਈਨੋਰਿਟੀ ਕੈਰੀਅਰ ਹੋਲ ਹੈ, ਠੀਕ ਹੈ। आप ਜਦੋਂ ਇਹ ਆਪਸ ਚ ਰਿਵਰਸ ਬਾਇਸਿੰਗ ਹੋਈ ਈਚ ਵੋਲਟੇਜ ਪੁਲਸ ਬੈਕ ਦਾ ਮੈਜੋਰਿਟੀ ਕੈਰੀਅਰ, ਇਹ ਜਿਹੜਾ ਹੋਲ ਹੈ ਉਹ ਇਹਨੂੰ ਖਿੱਚ ਲੇਗਾ, ਜਿਹੜਾ ਇਲੈਕਟ੍ਰੋਨ ਹੈ ਉਹ ਇਹਨੂੰ ਖਿੱਚੇਗਾ ਐਂਡ ਪੁਸ਼ਸ ਦੀ ਮਾਈਨੋਰਿਟੀ ਕੈਰੀਅਰ, ਮਾਈਨੋਰਿਟੀ ਕੈਰੀਅਰ ਨੂੰ ਅੱਗੇ ਧੱਕਾ ਮਾਰੇਗਾ। ਫਿਰ ਦੇਖ ਲਓ ਇਹਦੇ ਚ ਹੋਲ ਕੀ ਹੈ, ਮੈਜੋਰਿਟੀ ਕੈਰੀਅਰ। ਦੁਬਾਰਾ ਦੇਖ ਲਓ ਹੋਲ ਨੂੰ ਆ ਨੈਗੇਟਿਵ ਟਰਮੀਨਲ ਬੈਟਰੀ ਦਾ, ਇਹਦੇ ਪੋਜ਼ਿਟਿਵ ਚਾਰਜ ਹੈ, ਇਹਦੇ ਨੈਗੇਟਿਵ ਹੈ, ਆਪਣੇ ਵੱਲ ਖਿੱਚੂਗਾ। ਇਹਦੇ ਤੇ ਇਲੈਕਟ੍ਰੋਨ ਹੈ ਮੈਜੋਰਿਟੀ ਕੈਰੀਅਰ, ਤਾਂ ਇਲੈਕਟ੍ਰॉन किधर ਨੂੰ ਖਿੱਚੇ ਗਏ, ਇਧਰ ਨੂੰ ਖਿੱਚੇ ਗਏ। ਪਰ ਇਸ ਚ ਮਾਈਨੋਰਿਟੀ ਕੈਰੀਅਰ ਕੀ ਨੇ, ਇਲੈਕਟ੍ਰੋਨ ਹੈ, ਇਸ ਚ ਮਾਈਨੋਰਿਟੀ ਕੈਰੀਅਰ ਕੀ ਨੇ, ਹੋਲਸ ਹੈ, ਇਹ ਇਧਰ ਨੂੰ ਖਿੱਚੇ ਗਏ। ਹੁਣ ਇਧਰੋਂ ਹੋਲ ਇਧਰ ਜਾਣ ਦੀ ਕੋਸ਼ਿਸ਼ ਕਰੂਗਾ ਇਲੈਕਟ੍ਰੋਨ ਨਾਲ ਮਿਲਣ ਦੀ, ਇਲੈਕਟ੍ਰੋਨ ਜਾ ਕੇ ਹੋਲ ਨਾਲ ਇਧਰੋਂ ਇਲੈਕਟ੍ਰੋਨ ਜਿਹੜਾ ਹੈਗਾ ਆਹ ਵਾਲਾ ਜਿਹੜਾ ਮਾਈਨੋਰਿਟੀ ਕੈਰੀਅਰ ਹੋਲ ਪਿਆ ਇਹਦੇ ਨਾਲ ਮਿਲਣ ਦੀ ਕੋਸ਼ਿਸ਼ ਕਰੂਗਾ, ਜਿਹਦੇ ਨਾਲ ਜਿਹੜਾ ਕਰੰਟ ਹੈ ਇਸ ਚ ਉਹ ਜਿਹੜਾ ਕਰੰਟ ਪ੍ਰੋਡਿਊਸ ਹੋਊਗਾ ਉਹਨੂੰ ਡ੍ਰਿਫਟ ਕਰੰਟ ਕਹਾਂਗੇ। पर कुछ पर्टिकुलर वोल्टेज के बाद ये ब्रेक डाउन हो जाएगा, और जो करंट है ये माइक्रो एंपीयर की रेंज होंगे। किवें आओ हुण ग्राफ ग्राफ देखते हैं एरिया जे आईवी कैरेक्टरिस्टिक्स तुसीं ग्राफ करो तो करंट हुंदा मिली एंपीयर च, उधरले पासे लिखांगे वोल्टेज, इधरले पासे वोल्टेज, उरे होगा करंट माइक्रो एंपीयर च। 0.1, 0.2, 0.3, 0.4, 0.5, 0.6, 0.7, 0.8, 0.9 आ देखो हम सपोज कर लो 0.1 है, 0.2 है, 0.3 है, 0.4, 0.5, 0.6, 0.7, ठीक है। 0.1, 0.2, 0.3, 0.4, 0.5, 0.6, 0.7, 0.8, 0.9, 1। ਹੁਣ ਤੁਸੀਂ ਆਪਾਂ ਪੜਿਆ ਜਿਹੜੀ ਇਹ ਵੋਲਟੇਜ ਹੁੰਦੀ ਹੈ 0.7 ਵੋਲਟ ਹੁੰਦੀ ਹੈ, ਜੇ ਸਪੋਜ਼ ਕਰ ਲਓ ਸਿਲੀਕਨ ਦਾ ਸੀਗਾ ਤਾਂ 0.7 ਤੱਕ ਤਾਂ ਗ੍ਰਾਫ ਇਸ ਤਰ੍ਹਾਂ ਜਾਊਗਾ ਲੀਨੀਅਰ, ਉਸ ਤੋਂ ਬਾਅਦ ਇੱਕਦਮ ਐ ਰਾਈਜ਼ ਕਰ ਜੂਗਾ। ਤਾਂ ਆ ਜਿਹੜੀ ਵੈਲਿਊ ਆਊਗੀ ਇਹਨੂੰ ਅਸੀਂ ਨੀ ਵੋਲਟੇਜ ਕਹਾਂਗੇ,
अगर तुसी रिवर्स बायस लगातार ਵਧਾਉਂਦੇ ਰਹੋ अपोजिट डायरेक्शन ਜਾਂਦੇ ਰਹੋ ਤਾਂ ਜਿਹੜੇ मतलब कि सिलिकॉन ਦਾ ਲੈ ਲਓ ਤਾਂ सिलिकॉन ਦੇ ਜਿਹੜੇ ਬੌਂਡ ਦੇ ਅੰਦਰਲੇ ਇਲੈਕਟ੍ਰੋਨ ਹੈ ਉਹ ਬਾਹਰ ਆਣੇ ਸ਼ੁਰੂ ਕਰ ਜਾਣਗੇ ਜਦੋਂ ਬਾਹਰ ਆਣਗੇ ਤਾਂ ਕੋਈ ਇੱਕ ਪਹਿਲਾਂ ਤਾਂ ਕਰੰਟ ਇਸ ਤਰ੍ਹਾਂ ਜਾਊਗਾ ਫਿਰ ਇੱਕਦਮ ਐ ਬ੍ਰੇਕਡਾਊਨ ਹੋ ਜਾਊਗਾ ਇਹਨੂੰ ਕਹਾਂਗੇ ਅਵਲਾਂਚ ਬ੍ਰੇਕਡਾਊਨ आई मैं लिखे knee voltage variation is non-linear and it increases slowly after the knee voltage variation is large and actually after the knee voltage ਜਿਹੜਾ बैरियर है क्रॉस हो जाएगा करंट बढ़ जाएगा majority कैरियर बढ़ जाएंगे पोटेंशियल बढ़ जाएगा ठीक है rapidly increases with small increase in the थोड़ी सी वोल्टेज ਵਧਾਉਣ ਨਾਲ बहुत ज्यादा राइज होएगा ਇੱਥੇ ਕੀ ਹੋਊਗਾ जब ਤੁਸੀਂ ਉਹਨੂੰ ਰਿਵਰਸ ਬਾਇਸ ਕਰਦੇ ਰਹੇ ਨੈਗੇਟਿਵ ਵੋਲਟੇਜ ਦਿੰਦੇ ਰਹੇ ਸਮਾਲ ਐਂਡ ਰਿਵਰਸ ਕਰੰਟ ਕਮਸ ਐਂਡ सैचुरेशन का कॉल्ड रिवर्स सैचुरेशन आपको सैचुरेशन आ गई और उस तो बाद जेडे बॉन्ड के अंदरले इलेक्ट्रॉन है वो बाहर आ जाएंगे बियॉन्ड दिस पर्टिकुलर वोल्टेज कॉल्ड ब्रेकडाउन वोल्टेज अगर दैट इज ड्यू टू द स्ट्रॉन्ग फील्ड इलेक्ट्रिक फील्ड बहुत ज्यादा हो जाएगा इलेक्ट्रॉन फ्रॉम द बॉन्ड कम्स आउट एंड लार्ज नंबर ऑफ इलेक्ट्रॉन होल पेयर्स आर क्रिएटेड एंड करंट इंक्रीजेस अब्रप्टली एकदम बढ़ जाएगा ये साडी रिवर्स बायस और टॉपिक का नाम सी बायसिंग इन पीएन जंक्शन डायोड एसी रिवर्स बायस साडा ਇਹਦੇ ਵਿੱਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਬਾਇਸਿੰਗ ਕਰਨ ਤੇ ਜਿਹੜਾ ਕਰੰਟ ਹੈ ਡਾਇਓਡ ਦੇ ਵਿੱਚ ਉਹ I I0 e ਦੀ ਪਾਵਰ EV/kT-1 ਨਾਲ ਰਿਵਰਸ ਸੈਚੁਰੇਸ਼ਨ ਕਰੰਟ ਹੁੰਦਾ ਹੈ ਔਰ ਰਿਵਰਸ ਬਾਇਸ ਦੇ ਵਿੱਚ I I0 ਹੁੰਦਾ ਹੈ फॉरवर्ड बायसिंग च रेजिस्टेंस बड़ी घट होंदी है डायोड जिहड़ा हैगा इट बिहेव एज ए शॉर्ट सर्किट हियर द डायोड विल बिहेव लाइक ओपन सर्किट की मतलब होया जिथे रेजिस्टेंस ऑलमोस्ट जीरो उत्थे शॉर्ट सर्किट हो गया अगर थोड़ी रेजिस्टेंस इनफाइनाइट है then it will behave as an open circuit ਇਹ ਫਾਰਵਰਡ ਬਾਇਸਡ ਹੁੰਦੀ ਹੈ ਔਰ ਆ ਚੀਜ਼ ਕਿਸ ਚ ਹੁੰਦੀ ਹੈ ਰਿਵਰਸ ਬਾਇਸਡ ਹੁੰਦੀ ਹੈ ਰਿਵਰਸ ਬਾਇਸ ਇਸ ਤੋਂ ਬਾਅਦ ਸਾਡਾ ਅਗਲਾ ਟੌਪਿਕ ਹੈ ਸਿਲੇਬਸ ਚ ਜੀਨਰ ਡਾਇਓਡ ਚ ਕੀ ਹੁੰਦਾ ਹੈ ਕਿ ਅਗਰ ਤੁਹਾਡਾ it is a very specially type of design diode or it works on the reverse breakdown region ਇੱਥੇ ਕੀ ਹੁੰਦਾ ਡੋਪਿੰਗ ਬਹੁਤ ਜ਼ਿਆਦਾ ਹੋਈ ਹੁੰਦੀ ਹੈ वेरी हैवी डोपिंग इलेक्ट्रिक फील्ड बहुत ज्यादा होता है इलेक्ट्रॉन होल पेयर बहुत ज्यादा जनरेट होंगे है डिप्लीशन रीजन की विड्थ बड़ी थोड़ी होंगी बड़ी लार्ज हो जाना जी है रिवर्स बाइसिंग हुई है और इन दी वेरी हैवीली डोप ऑन बोथ पी एंड एन साइड सो विड्थ ऑफ द डिप्लीशन रीजन बड़ी थोड़ी हो जाती है इलेक्ट्रिक फील्ड बहुत ज्यादा होता है जी गल्लां मैंने कही ने वही ने और रिवर्स ब्रेकडाउन वोल्टेज अक्रॉस द जीनर डायोड बिकम्स हुन जे जेड़ा डायोड है ਇਹਦੀ मैं दसदा भी जे 5 वोल्ट ਲਈ है तो ब्रेकडाउन 5 वोल्ट ਤੇ ਹੋਣੀ ਹੈ जाके ਉਹਦੇ ਤੇ ਅਵਲਾਂਚ ਬ੍ਰੇਕਡਾਊਨ ਤੇ ਜੀਨਰ ਬ੍ਰੇਕਡਾਊਨ ਚ ਇਹੀ ਫਰਕ ਹੈ ਅਗਰ ਤੁਹਾਡਾ ਡਾਇਓਡ 5 ਵੋਲਟ ਦਾ ਜੀਨਰ ਡਾਇਓਡ ਹੈ ਤਾਂ ਜੇ 5 ਵੋਲਟ ਦੇ ਬ੍ਰੇਕਡਾਊਨ ਹੋਣੀ ਹੈ ਤਾਂ 5 ਤੇ ਹੀ ਹੋਣੀ ਹੈ ਉੱਥੇ ਇਹ ਚੀਜ਼ ਫਿਕਸ ਨਹੀਂ ਹੈ ਟੂ ਯੂਜ਼ ਦੀ ਜੀਨਰ ਡਾਇਓਡ ਇਟ ਮਸਟ ਬੀ ਰਿਵਰਸ ਬਾਇਸਡ ਐਂਡ ਵੋਲਟੇਜ ਅਪਲਾਈਡ ਸ਼ੁੱਡ ਬੀ ਮੋਰ ਦੈਨ ਦੀ ਰਿਵਰਸ ਬ੍ਰੇਕਡਾਊਨ ਵੋਲਟੇਜ ਕਿਵੇਂ ਆ ਦੇਖੋ ਇਹ ਕਰੰਟ ਵੋਲਟੇਜ ਦੀਆਂ ਕੈਰੈਕਟਰਿਸਟਿਕਸ ਇਹਦੀਆਂ ਇਸ ਤਰ੍ਹਾਂ ਹੁੰਦੀਆਂ ਉਹਦੇ ਤੇ ਇਹਦੇ ਚ ਇਹ ਫਰਕ ਹੈ ਕਿ ਇਹਦੇ ਜਿਹੜਾ ਬ੍ਰੇਕਡਾਊਨ ਹੋਊਗਾ ਉਹ ਜੀਨਰ ਬ੍ਰੇਕਡਾਊਨ ਹੋਊਗਾ और ये रिवर्स ब्रेकडाउन रीजन च ऑपरेट करता है कांस्टेंट वोल्टेज का मतलब है कि जे 5 वोल्ट ਲਈ ਬਣਾਇਆ ਤਾਂ 5 वोल्ट ही ਹੁੰਦਾ है और ड्यू टू दिस रीजन ਇਹ डिटेक्ट है जे वोल्टेज रेगुलेटर बड़ी इंपॉर्टेंट लाइन है सो इट इज यूज्ड एज ए वोल्टेज रेगुलेटर दैट इज करंट कैन चेंज कंटिन्यूअसली विदाउट चेंज इन वोल्टेज ਨੂੰ चेंज करे बिना करंट चेंज करता है अक्रॉस द डायोड सो इट इज यूज्ड एज ए वोल्टेज रेगुलेटर जे ਤੁਹਾਨੂੰ ਇਹਦਾ ਪੇਪਰ 'ਚ ਸਿੰਬਲ ਲਿਖਣਾ ਆ ਜੇ ਤੁਹਾਨੂੰ ਜੀਨਰ ਡਾਇਓਡ ਦਾ ਸਿੰਬਲ ਪੜ੍ਹ ਲਿਆ ਉਹਦੇ ਮੂਰੇ ਐ ਪਾ ਦੋ ਇਹਦਾ ਸਿੰਬਲ ਹੈ ਜੀਨਰ ਡਾਇਓਡ ਬਣ ਗਿਆ ਜੀਨਰ ਜਿਹੜਾ ਸੀਗਾ ਨਾ ਇਟ ਇਜ਼ ਬੇਸਿਕਲੀ ਐਨ ਅਮਰੀਕਨ ਸਾਇੰਟਿਸਟ ਜਿਹਦੇ ਨਾਮ ਦੇ ਉੱਤੇ ਡਾਇਓਡ ਹੈ ਜਿਹਦਾ ਨਾਮ ਹੈ ਜੀਨਰ ਡਾਇਓਡ ਸਾਡਾ ਅਗਲਾ ਟੌਪਿਕ ਹੈ ਸਿਲੇਬਸ ਚ ਲਾਈਟ ਹੀਟਿੰਗ ਡਾਇਓਡ ਫਾਰਵਰਡ ਵਾਇਸ ਯੂਜ਼ ਕਰਦੇ ਹਾਂ ਇਹ ਜਿਹੜਾ ਡਾਇਓਡ ਹੈ ਅਮਿਟ ਲਾਈਟ ਰੇਡੀਏਸ਼ਨ ਨੂੰ ਅਮਿਟ ਕਰਦਾ ਹੈ ਵਰਕਿੰਗ ਦੇ ਵਿੱਚ ਫਾਰਵਰਡ ਬਾਇਸ ਜਿਹੜੇ ਮੈਜੋਰਿਟੀ ਕੈਰੀਅਰਸ ਨੇ ਉਹ ਕੀ ਕਰਦੇ ਆ ਫਾਰਵਰਡ ਬਾਇਸਿੰਗ ਹੋਵੇ ਆਪਾਂ ਪੜਿਆ ਉਹ ਜੰਕਸ਼ਨ ਨੂੰ ਕ੍ਰਾਸ ਕਰ ਜਾਂਦੇ ਆ ਉਹ ਕੰਬਾਈਨ ਕਰਦੇ ਆ ਔਰ ਉਹਦੇ ਨਾਲ ਜਿਹੜੀ ਹੈਗੀ એનર્ਜੀ ਰਿਲੀਜ਼ ਹੁੰਦੀ ਹੈ એનર્ਜੀ ਜਿਹੜੀ ਹੈਗੀ ਕੰਡਕਸ਼ਨ ਬੈਂਡ ਤੋਂ ਜਿਹੜਾ ਇਲੈਕਟ੍ਰੋਨ ਆ ਵੈਲੈਂਸ ਬੈਂਡ ਚ ਆ ਜਾਂਦਾ ਆ ਦੇਖੋ
jumping of the electron back from conduction band to valence band and giving the energy Eg. और ये जिवें गैलियम एल्यूमीनियम आर्सेनाइड इस तरह की चीज़ों के बने होंगे 3-5 ਸੈਮੀਕੰਡਕਟਰ है बेसिकली 3-5 ਸੈਮੀਕੰਡਕਟਰਸ ਦੇ ਬਣੇ ਹੁੰਦੇ ਆ ਇਹ ਸਿਲੀਕਨ ਦੇ ਇਸ ਕਰਕੇ ਨਹੀਂ ਬਣਾਏ ਜਾਂਦੇ ਬਿਕੋਜ਼ ਦੈਟ ਇਜ਼ ਐਨ ਇਨਡਾਇਰੈਕਟ ਬੈਂਡ ਸੈਮੀਕੰਡਕਟਰ ਇਹਨਾਂ ਦੇ ਵਾਸਤੇ ਕੀ ਚਾਹੀਦਾ डायरेक्ट बैंड सैमीकंडक्टर चाहिए ठीक है जी और ईजी जी और जो सिंबल है लाइट अमिट अमिट करनी है देखो साडा पीएन जंक्शन डायोड बनाओ लाइट नु अमिट कराना है लो करा दो ओ हां मिट इस च की होगा फोटोन फोटो डायोड ये पुराने जमाने दा तुसी सोचो फोटो इलेक्ट्रिक इफेक्ट बढ़िया ठीक है ना फोटोन ने इंसिडेंट होना कराओ फोटोन ने इंसिडेंट होना लाइट ने हलो फोटोन इंसीडेंट हो गए डायोड ਦੇ ਉੱਤੇ ਉਹ ਬੜਾ ਹੈਵੀ ਡਾਇਓਡ ਹੁੰਦਾ ਰਿਵਰਸ ਬਾਇਸ ਯੂਜ਼ ਕੀਤਾ ਜਾਂਦਾ ਫੋਟੋਨ ਇੰਸੀਡੈਂਟ ਹੁੰਦੇ ਆ ਇਲੈਕਟ੍ਰੋਨ ਨੇ ਜਿਹੜੇ ਉਹ ਵੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਜੰਪ ਕਰਦੇ ਆ ਇਲੈਕਟ੍ਰੋਨ ਹੋਲ ਪੇਅਰ ਬਣਦੇ ਆ ਰਿਵਰਸ ਸੈਚੂਰੇਸ਼ਨ ਕਰੰਟ ਵੱਧਦਾ ਹੈ ਜਿਉਂ-ਜਿਉਂ ਤੁਸੀਂ ਲਾਈਟ ਦੀ ਇੰਟੈਂਸਿਟੀ ਵਧਾਓਗੇ ਐਜ਼ ਯੂ ਇਨਕਰੀਜ਼ ਦੀ ਇੰਟੈਂਸਿਟੀ ਆਫ ਦੀ ਲਾਈਟ ਮੋਰ ਐਂਡ ਮੋਰ ਇਲੈਕਟ੍ਰੋਨ ਜੰਪ ਐਂਡ देयरफॉर ਰਿਵਰਸ ਸੈਚੂਰੇਸ਼ਨ ਕਰੰਟ ਇੰਕਰੀਜ਼ਸ ਕਿਵੇਂ आ देखो ਇਹਦਾ ਆਈਵੀ ਕਰੈਕਟਰਿਸਟਿਕਸ ਬਣਾਓ ਇੱਕ ਪਰ ਜਿਹੜੀਆਂ ਆਈਵੀ ਕਰੈਕਟਰਿਸਟਿਕਸ ਆ ਗਈਆਂ ਤੁਹਾਨੇ ਕਰੰਟ ਦੀ ਇੰਟੈਂਸਿਟੀ ਵਧਾਈ ਤੁਹਾਡਾ ਜਿਹੜਾ ਗ੍ਰਾਫ ਹੈ ਨਾ ਐ ਬਣਦਾ ਸਪੋਜ਼ ਕਰ ਲਓ ਉਹਦੀ ਇੰਟੈਂਸਿਟੀ ਸੀ x ਲਕਸ ਤੁਹਾਨੇ ਲਾਈਟ ਦੀ ਇੰਟੈਂਸਿਟੀ ਹੋਰ ਵਧਾਤੀ 2x ਲਕਸ ਤੁਹਾਨੇ ਲਾਈਟ ਦੀ ਇੰਟੈਂਸਿਟੀ ਹੋਰ ਵਧਾਤੀ ਇਹ ਬਣ ਗਿਆ 3x ਲਕਸ ਉਹਦੇ ਸਪੋਜ਼ ਕਰ ਲਓ ਇੰਟੈਂਸਿਟੀ i1 ਸੀ ਉਹਦੇ i2 ਸੀ ਉਹਦੇ i3 ਸੀ ਤਾਂ i3 ਗ੍ਰੇਟਰ ਦੈਨ i2 ਗ੍ਰੇਟਰ ਦੈਨ i1 पर लाइट अमिट जब होगी बाहर निकलोगी रेडिएशंस होंगी देखो रेडिएशंस लाइट अमिटिंग डायोड जो लाइट इस जो निकल के बाहर होगी लाइक इलेक्ट्रॉन जंपिंग फ्रॉम द कंडक्शन बैंड टू वैलेंस बैंड और ਉਹਦੇ ਨਾਲ એનર્ਜੀ ਰਿਲੀਜ਼ ਹੋਊਗੀ ਠੀਕ ਹੈ और ਉਹਦੇ ਨਾਲ ਕੀ ਹੋਊਗਾ ਹੁਣ ਉਹਦੀਆਂ ਆਈਵੀ ਕੈਰੈਕਟਰਿਸਟਿਕਸ लो जी हुण लाइट अमिट होनी है ਆਪਾਂ ਇਹਦੇ ਵੈਕਟਰ ਇਹ ਫਾਰਵਰਡਵਾਈਜ਼ ਹੈ ਪਹਿਲੀ ਗੱਲ ਤਾਂ ਹੱਲ ਹੈ ਫਾਰਵਰਡਵਾਈਜ਼ ਕਰ ਦਿੰਦੇ ਇਹਦਾ ਗ੍ਰਾਫ ਹੈ ਬਣਦਾ ਹੁਣ ਇੱਕ ਗੱਲ ਬੜੀ ਸੋਚਣ ਵਾਲੀ ਹੈ ਗ੍ਰਾਫ ਤਾਂ ਬਣਾਤਾ ਕਹਿੰਦੇ ਜੀ ਫਾਰਵਰਡਵਾਈਜ਼ਡ ਹੋ ਗਿਆ ਤੁਸੀਂ ਦੇਖੋ ਵੀ ਤੁਹਾਨੇ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈੱਡ ਜਿਉਂ-ਜਿਉਂ ਅਸੀਂ ਇੱਧਰ ਨੂੰ ਜਾਂਦੇ ਆ ਤਾਂ ਵੇਵਲੈਂਥ ਜਿਹੜੀ ਹੈਗੀ ਹੈ ਵੱਧਦੀ ਹੈ ਵੇਵਲੈਂਥ ਵੱਧਦੀ ਹੈ ਤਾਂ એનર્ਜੀ ਘਟਦੀ ਹੈ ਤੇ ਇੱਧਰ ਇਹਦਾ ਮਤਲਬ ਇਹਦੀ ਵੇਵਲੈਂਥ ਸਭ ਤੋਂ ਵੱਧ ਹੈ ਇਹਦੀ એનર્ਜੀ ਸਭ ਤੋਂ ਘੱਟ ਹੈ ਇਹਦਾ ਮਤਲਬ ਉਰੇ ਰੈੱਡ ਹੋਊਗਾ ਇਹਦਾ ਵੇਵਲੈਂਥ ਸਭ ਤੋਂ ਘੱਟ ਹੈ ਇਹਦਾ ਮਤਲਬ ਇਹਦੀ એનર્ਜੀ ਸਭ ਤੋਂ ਜ਼ਿਆਦਾ ਇਹਦਾ ਮਤਲਬ ਵਾਇਲਟ ਹੋਊਗਾ ਵਾਇਲਟ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਤੁਸੀਂ ਆ ਬਣਾਓਗੇ ਇੰਡੀਗੋ ਹੋਊਗਾ ਕੋਈ ਹੋਰ ਬਣਾਓਗੇ ਇਸ ਤੋਂ ਅਗਲੀ ਇਹ ਗ੍ਰੀਨ ਰੰਗ ਦੀ ਐਲਈਡੀ ਹੋਏਗੀ ਇਹ ਯੈਲੋ ਰੰਗ ਦੀ ਐਲਈਡੀ ਹੋਏਗੀ ਇਹ ਔਰੇਂਜ ਰੰਗ ਦੀ ਐਲਈਡੀ ਹੋਏਗੀ ਇਹ ਰੈੱਡ ਰੰਗ ਦੀ ਹੋਏਗੀ ਵੀ ਜਿਉਂ-ਜਿਉਂ ਤੁਹਾਨੇ ਵੇਵਲੈਂਥ ਵਧਾਈ એનર્ਜੀ ਘਟੀ और ज्यों-ज्यों थोने वेवलेंथ घट है एनर्जी उन्नी ज्यादा उन्नी आईवी करैक्टरिस्टिक इस तरह बन गई ये सी साडा लाइट इमिटिंग डायोड ये सी साडा फोटो डायोड अगला साडा है साडा अगला टॉपिक है सिलेबस सोलर सेल हुण सोलर सेल है जिहड़ा पहली गल तां ये सेल है आ बना लो एक सेल सेल दे उत्ते गेरो लाइट ये बन गया सिंबल सोलर सेल पहली गल तां ये है दिस इज आल्सो बेसिकली ये पीएन जंक्शन डायोड इहदे च कोई बाइसिंग नहीं हुंदी दूजी गल ਇਹ ਸੋਲਰ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਦਾ ਹੈ ਵੈਨ ਸੋਲਰ ਲਾਈਟ ਫਾਲ ਕਰਦੀ ਹੈ ਇਲੈਕਟ੍ਰੋਨ ਹੋਲ ਪੇਅਰ ਕ੍ਰੀਏਟ ਹੁੰਦੇ ਆ ਡਿਊ ਟੂ ਦੀ ਇਲੈਕਟ੍ਰਿਕ ਫੀਲਡ ਪ੍ਰੈਜ਼ੈਂਟ ਇਨ ਦੀ ਡਿਪਲੀਸ਼ਨ ਰੀਜਨ ਡਿਊ ਦਾ ਇਲੈਕਟ੍ਰਿਕ ਫੀਲਡ ਉਹਦਾ ਇਲੈਕਟ੍ਰਿਕ ਹੋਲ ਪੇਅਰ ਕ੍ਰੀਏਟ ਹੋਣਗੇ ਹੋਲਸ ਗੋ ਟੂ ਪੀ ਰੀਜਨ ਐਂਡ ਇਲੈਕਟ੍ਰੋਨ ਗੋ ਟੂ ਐਨ ਰੀਜਨ ਔਰ ਇਹਦੇ ਨਾਲ ਕੀ ਹੋਊਗਾ ਪੋਟੈਂਸ਼ੀਅਲ ਡਿਫਰੈਂਸ ਸੈਟਅਪ ਹੋ ਜਾਊਗਾ ਹੁਣ ਤੁਸੀਂ ਦੇਖੋ ਇਹ ਤੁਹਾਡਾ ਪੀਐਨ ਜੰਕਸ਼ਨ ਡਾਇਓਡ ਹੈ ਇੱਥੇ ਆ ਕੇ ਲਾਈਟ ਗਿਰੀ ਪਹਿਲਾਂ ਦੇਖੋ ਆਹ ਵਾਲਾ ਪੁਆਇੰਟ ਲੈ ਲਓ ਹੁਣ ਇਹ ਸਰਕਟ ਕੀ ਹੈ ਓਪਨ ਹੈ ਜਦੋਂ ਸਰਕਟ ਓਪਨ ਸਰਕਟ ਹੈ ਤਾਂ ਵੋਲਟੇਜ ਕੀ ਹੈ ਮਤਲਬ ਸਰਕਟ 'ਚ ਬਹੁਤ ਜ਼ਿਆਦਾ ਆ ਪੁਆਇੰਟ ਆ ਗਿਆ ਹੁਣ ਜਦੋਂ ਇਹਨੂੰ ਇਹਨੇ ਐਂ ਕਰਕੇ ਸ਼ਾਰਟ ਕਰਤਾ ਜਦੋਂ ਸ਼ਾਰਟ ਕਰਤਾ ਵੋਲਟੇਜ 0 ਹੋ ਗਈ ਕਰੰਟ ਕੀ ਹੋ ਗਿਆ ਨੈਗੇਟਿਵ ਮੈਕਸਿਮਮ ਹੋ ਗਿਆ ਤੈਨੂੰ ਕਹਿੰਦੇ ਸ਼ਾਰਟ ਸਰਕਟ ਕਰੰਟ ਹੋ ਗਿਆ ਫਿਰ ਅਸੀਂ ਕੀ ਕਰਦੇ ਇਹਨੂੰ ਪ੍ਰੋਪਰ ਬਣਾਉਣ ਵਾਸਤੇ ਇਹਦੀ ਥਾਂ ਦੇ ਉੱਤੇ ਇੱਕ ਲੋਡ ਰੈਜ਼ਿਸਟੈਂਸ ਲਗਾ ਦਿੰਦੇ ਹਾਂ ਇਹ ਸੀਗਾ ਸਾਡਾ ਸੋਲਰ ਸੈਲ ਤਾਂ ਇਹਦੇ ਤੇ ਦੋ ਚਾਰ ਪੁਆਇੰਟ ਨੇ ਤੁਸੀਂ ਵੀਡੀਓ ਨੂੰ ਰੋਕ ਕੇ ਨੋਟ ਕਰ ਲਓ ਇਹ ਥੋੜਾ ਸੀਗਾ ਅੱਜ ਦੇ ਮੈंने ਤੁਹਾਨੂੰ ਡਾਇਓਡ ਦੱਸੇ ਹੈ ਤੁਹਾਨੂੰ ਲੱਗਦਾ ਟੌਪਿਕ ਨੂੰ ਇੰਜੋਏ ਕੀਤਾ ਹੋਣਾ ਹੈ ਅਗਲਾ ਟੌਪਿਕ ਸਾਡਾ ਹੋਏਗਾ ਟ੍ਰਾਂजिस्टर्स